ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੇ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੇ ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੇ ਹਰ ਬਿਸਰਤ ਸਦਾ ਖੁਆਰੇ ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੇ ਰਹਾਉ ਬਿਨ ਸਿਮਰਣਾ ਜੋ ਜੀਵਨ ਪਲਣਾ ਸਰਪ ਜੈਸੇ ਹਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਨੇ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਨੇ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਸ਼ਤਰ ਤਖਤ ਤੇ ਮਾਲਕ ਹਾਜ਼ਰਾ ਹਜੂਰ
ਜ਼ਾਹਰ ਜਹੂਰ ਸ਼ਬਦ ਗੁਰੂ, ਜੁਗਮ ਜੁਗ ਅਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸਵਾਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੇ ਮਹਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾਕੋ ਓਟ ਤੁਹਾਰੀ। ਟੋਡੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ, ਅੰਗ ਨੰਬਰ 711 712 ਦੇ ਉੱਤੇ ਸਬਾਇਮਾਨ ਨੇ। ਸਤਿਗੁਰੂ ਜੀ ਨੇ ਅੱਜ ਜੋ ਸਾਡੇ ਤੇ ਰਹਿਮਤ ਕੀਤੀ, ਅੰਮ੍ਰਿਤ ਵੇਲੇ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ। ਤਿੰਨ ਪਦਿਆਂ ਦੇ ਇਸ ਪਾਵਨ ਸ਼ਬਦ ਵਿੱਚ ਦੋ ਪਦੇ ਨੇ, ਤੀਸਰਾ ਰਹਾਉ ਦੀਆਂ ਪੰਕਤੀਆਂ ਨੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਪਹਿਲੀਆਂ ਰਹਾਉ ਦੀਆਂ ਪੰਕਤੀਆਂ 'ਚ ਦੋ ਵਚਨ ਕੀਤੇ ਨੇ। ਇੱਕ ਕਿ ਜਿਹੜਾ ਉਸ ਪਰਿਪੂਰਨ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਵਿਸਾਰ ਦਿੰਦਾ ਹੈ, ਫਿਰ ਉਹਨਾਂ ਨੂੰ ਜੀਵਨ ਵਿੱਚ ਸਦਾ ਹੀ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਨਾਲ ਹੀ ਦੂਸਰਾ ਵਚਨ ਕੀਤਾ, ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਕਦੇ ਭੁੱਲਿਆ ਨਹੀਂ, ਜਿਨ੍ਹਾਂ ਨੇ ਓਟ ਹੀ ਪਰਮੇਸ਼ਰ ਦੀ ਲਈ ਹੈ, ਫਿਰ ਉਹਨਾਂ ਨੂੰ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਧੋਖਾ ਵਿਆਪਦਾ ਨਹੀਂ। ਨਾ ਫਿਰ ਵਿਕਾਰ ਧੋਖਾ ਦੇ ਸਕਦੇ ਨੇ, ਨਾ ਸੰਸਾਰ ਵੱਲੋਂ ਧੋਖਾ ਮਿਲਦਾ ਹੈ, ਤੇ ਰੱਬ ਦੇ ਘਰ ਵਿੱਚ ਵੀ ਉਹਨੂੰ ਆਦਰ ਮਾਣ ਸਤਿਕਾਰ ਮਿਲਦਾ ਹੈ। ਹੁਣ ਸਤਿਗੁਰੂ ਜੀ ਦਾ ਪਹਿਲਾ ਪਾਵਨ ਬਚਨ, ਭਾਵੇਂ ਇਹ ਕਈ ਵਾਰੀ ਆਪਾਂ ਵਿਚਾਰ ਕੀਤੀ ਹੈ, ਪਰ ਸਤਿਗੁਰੂ ਦਾ ਹੁਕਮ, ਗੁਰੂ ਸਾਹਿਬ ਦੇ ਬਚਨ ਨਿਤ ਨਵੇਂ ਨੇ। ਹਰ ਬਿਸਰਤ ਸਦਾ ਖੁਆਰੀ, ਉਸ ਹਰੇ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਕੇ ਖੁਆਰੀ ਮਿਲਦੀ ਹੈ। ਖੁਆਰੀ ਦਾ ਅਰਥ ਆਪ ਜੀ ਜਾਣਦੇ ਹੋ, ਖੱਜਲ ਖੁਆਰੀ, ਜਿਹਨੂੰ ਸਿੱਧੇ ਪੇਂਡੂ ਸ਼ਬਦਾਂ ਵਿੱਚ ਸ਼ਬਦ ਵਰਤੀਏ ਤੇ ਧੱਕੇ ਵੱਜਣੇ ਕਿ ਭਾਈ ਸਲਾਹ ਕੰਮ ਬਣ ਗਿਆ। ਸ਼ਾਮ ਨੂੰ ਥੱਕਿਆ ਹਾਰਿਆ ਜਦੋਂ ਘਰ ਵਿੱਚ ਆਉਂਦਾ, ਕਿੱਥੇ ਬਣਿਆ? ਕਹਿੰਦੇ ਧੱਕੇ ਖਾ ਕੇ ਆ ਗਿਆ। ਕੇਵਲ ਖੱਜਲ ਖੁਆਰੀ ਹੋਈ। ਔਰ ਸਤਿਗੁਰੂ ਜੀ ਕਿਰਪਾ ਕਰੇ, ਇਹ ਸੰਸਾਰ ਦੇ ਕੰਮ ਤੇ ਅੱਜ ਨਹੀਂ ਤੇ ਕੱਲ੍ਹ, ਸਾਲ ਨੂੰ ਨਹੀਂ ਤੇ 10 ਸਾਲ, ਕਿਤੇ ਨਾ ਕਿਤੇ ਹੋ ਸਕਦਾ ਇਹ ਖੁਆਰੀ ਖਤਮ ਹੋ ਜੇ, ਕੰਮ ਬਣ ਜੇ। ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ, ਰੱਬ ਨੂੰ, ਪਰਮਾਤਮਾ ਨੂੰ ਭੁੱਲ ਕੇ ਤੇ ਸਦਾ ਲਈ ਖੁਆਰੀ ਹੈ। ਔਰ ਇਹ ਸਦਾ ਕਦੋਂ ਖਤਮ ਹੋਏਗਾ? ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਜਨਮ ਜਨਮ ਕੇ ਇਸ ਮਨ ਕੋ ਮਨ ਲਾਗੇ। ਜਨਮਾਂ ਜਨਮਾਂਤਰਾਂ ਦੀ ਜਿਹਨੂੰ ਮੈਲ ਲੱਗੀ ਹੈ ਤੇ ਉਹਦੇ ਸਦਾ ਕਿਤੇ ਖਤਮ ਹੋਣੀ ਹੈ।
फिर वो वार वार जन्म वार वार मरण, ये 84 लाख का गेड़ा एक बारी पूरा होगा फिर शुरू हो जाना है। हाँ, एक बारी उदों तक नहीं मिटनी, उदों तक नहीं खत्म होनी ਜਦੋਂ तक उस परिपूर्ण परमात्मा का तेन सिमरन नहीं होता, जो चेते विच नहीं आता। और गुरु साहिब का पावन वचन भावें मन के उतों उतों सारे ही कि रब नूं भुल के खुआरी है, पर हकीकत है कि चेते फिर नहीं होता, भुलदा फिर है। हर एक समागम के विच इत्थों तक हर एक धर्म स्थान ते चेते कराया जाता है भी रब नूं चेते कर लिया करो। उस रब नूं चेते कर लगे असीं शब्द वरतने वाहिगुरू, 4 अखरां दा शब्द है भाई चेते कर लिया करो। और चेते करने का साडा अपना ढंग है, असीं कहने सानूं किहड़ा भुलदा है। वाहिगुरू ते कहना है, लिखना भी होंदा है, पर यह जबान दे नाल बोल लेना कुछ होर है, चेते रखना कुछ होर है। हुण सतगुरु जी ने जिथे सानूं किरपा करके बड़ी वारी बड़ियां थावां ते समझाया। देखो कोई गुरंग गुसाई होया, जबान दे नाल उन्हें केवल वाहिगुरू नहीं, राम ही नहीं, बड़ा कुछ याद किया सी। वो धर्म ग्रंथां दी कथा भी करता है, और याद करदे करदे इन्ना कुछ याद हो गया तो नाल दे ने हवा दी कि गुरंग गुसाई एडी सोहनी तू कथा करना, टिक के करदा है तू तो जे वड्डे वड्डे समागमां विच जाए तो हर एक धर्म के वड्डे तो वड्डे विद्वान नूं हरा सकदा है। तो इवें दी गल माड़ी जी कंन च पवे, वैसे तो पढ़ के किते न किते मान पहलू हुंदा है कि मेरे वर्गा विद्वान कित्थे। और जदों किते नालों हल्लाशेरी मिल जाए तो फिर उस होमे नूं पट्ठे होर पैंदे ने। गुरंग गुसाई उस तरह कथा छड्ड के फिर वड्डे वड्डे जिन्हों कहने कि सैमीनार, जिथे चर्चा हुई, और चर्चा भी कहती वाद विवाद ही हुंदा सी, जिथे भी चर्चा करनी जित के आउणा। ये गुरंग गुसाई कहते एक बारी गंगा नूं पार करके दूसरे किसी पिंड विच इस तरह की चर्चा विच चलिया सी। और जदों बेड़े दे विच बैठा, बेड़े दे विच बैठण वास्ते थां कोई नहीं, बहुत सारे लोग बैठे ने। और एक विद्वान जिन्हों सारे विद्या करके जानते होण ते चुक चुक के सलामा करते हो, पर उस बेड़ी विच नवे लोग, नवी थां, किसी ने बनाया तक नहीं। होमे नूं फिर सट लगी, एडा वड्डा तू विद्वान होए तो तेनों कोई जानता ही ना हो। एक बजुर्ग कोल गया जिन्हें भगवे रंग के कपड़े पाए, मोढियां तो फड़ के कहता कि बाबा मैनूं पछाणिया। हुण बाबे ने थोड़ा जिहा देखिया, उत्ते फिर नीवीं पा लई। दूजी वार फिर कहता है कि बाबा मैनूं पछाणिया। वो बाबे ने हौली जी थल्ले बोलिया कि भाई मैं तो अपने आप को नहीं पछाणिया, तो दूजिਆਂ ਨੂੰ पछाणन का मेरे को समा कित्थे है। मोढियां तो फड़ के झूम के कहता कि मैं गुरंग गुसाई। और ना बड़ा से उस बजुर्ग ने कहा, अच्छा तू मूर्ख ही है, जिंदे बड़े चर्चे ने बड़िया थावां ते जित के आउंदा है। और जदों शब्द ये सुने कि मूर्ख, एडे वड्डे विद्वान नूं मूर्ख कह दिता। और एक साखी जड़ियां ने केवल समझण मात्र ने कि हर बिसरत सदा कुआरी, एडा विद्वान होवे, धर्म के ग्रंथां का ज्ञाता होवे, तो उन्होंने एक बंदा कह दे आम जिहा सीधा जिहा सधारण जिहा बजुर्ग कि तू मूर्ख है। वो कहता कि मैं गुरंग गुसाई, एडा ज्ञाता ब्राह्मण, और सब तो पहली गल कि एडा विद्वान होवे, भावें उम्र च छोटा होवे, तो साडे शास्त्रों के मुताबिक उन्होंने थां देनी चाहिए, तेनों खलो के थां देनी चाहिए सी। उस बजुर्ग ने कहा थां लैनी ना रब के दर दे उत्थे बना।
ਜਿਹੜੇ ਰੱਬ ਦੀ ਜਿਹੜੇ ਰਾਮ ਦੀ ਕਥਾ ਕਹਾਣੀਆਂ ਸੁਣਾਉਣਾ ਹੈ ਉਹਨੂੰ ਕਦੇ ਚੇਤੇ ਵੀ ਕਰ ਲਿਆ ਕਰ। ਰਾਮ ਚੇਤੇ ਹੈ। ਹੁਣ ਇਹਨੇ ਗੱਲ ਕਹਿ ਕੇ ਨਦੀ ਤੋਂ ਤੇ ਪਾਰ ਹੋ ਗਿਆ। ਉਹ ਜਿੱਥੇ ਗਿਆ ਕਿਤੇ ਕਥਾ ਵਿਚਾਰ ਵੀ ਕੀਤੀ, ਚਰਚਾ ਵੀ ਕੀਤੀ, ਜਿੱਤ ਵੀ ਗਿਆ। ਪਰ ਗੁਰੰਗ ਗੁਸਾਈ ਦੇ ਕੰਨਾਂ 'ਚ ਵਾਰ-ਵਾਰ ਇਹ ਬੋਲ ਵੱਜਣ ਕਿ ਮੂਰਖ ਰਾਮ ਨੂੰ ਚੇਤੇ ਵੀ ਕਰ। 2 ਅੱਖਰ ਦਾ ਰਾਮ ਚੇਤੇ ਹੀ ਨਹੀਂ ਹੋਇਆ। ਔਰ ਉਹਨੂੰ ਇਹ ਸੀ ਕਿ ਮੈਨੂੰ ਚੇਤੇ ਹੈ, ਪਰ ਜਦੋਂ ਹੀ ਕੋਈ ਖਿਆਲ ਮਨ ਵਿੱਚ ਆਵੇ ਉਦੋਂ ਹੀ ਲੱਗੇ ਕਿ ਨਹੀਂ, ਜੇ ਚੇਤੇ ਹੁੰਦਾ ਇੱਕ ਮਾੜਾ ਖਿਆਲ ਆਉਣਾ ਹੀ ਨਹੀਂ ਸੀ। ਇਹਨੇ ਉਸ ਤੋਂ ਬਾਅਦ ਕਥਾ ਛੱਡੀ, 12 ਸਾਲ ਲਾਏ ਕਿ ਰਾਮ 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 ਚੇਤੇ ਰਵੇ, ਪਰ ਚੇਤੇ ਕਿੱਥੇ ਹੋ ਗਏ। ਇਹ 10-12 ਸਾਲ ਤੋਂ ਬਾਅਦ ਉਸੇ ਨਦੀ ਦੇ ਵਿੱਚ ਦੁਬਾਰੇ ਆਇਆ। ਉਹੀ ਬਜ਼ੁਰਗ ਮਿਲਿਆ, ਪਰ ਹੁਣ ਫਰਕ ਬੜਾ ਸੀ। ਇਹਨੇ ਪਛਾਣਿਆ ਤੇ ਬਜ਼ੁਰਗ ਦੇ ਕੋਲ ਜਾ ਕੇ ਕਹਿੰਦਾ ਕਿ ਬਜ਼ੁਰਗ ਪਛਾਣਿਆ ਜੇ ਮੈਂ ਗੁਰੰਗ ਮੂਰਖ ਕਿ ਸੱਚਮੁੱਚ ਰਾਮ ਚੇਤੇ ਨਹੀਂ ਹੋਇਆ। ਔਰ ਉਸ ਬਜ਼ੁਰਗ ਨੇ ਕਿਹਾ ਕਿ ਮੂਰਖ ਨਹੀਂ ਹੈ ਤੇ ਤੂੰ ਸਿਆਣਾ ਹੀ। ਅੱਜ ਉਹੀ ਬਾਬਾ ਸੀ, ਉਹੀ ਸਾਧੂ ਸੀ। ਕਹਿੰਦੇ ਹੈ ਤੇ ਤੂੰ ਸਿਆਣਾ। ਨਹੀਂ ਬਾਬਾ ਸਿਆਣਾ ਨਹੀਂ, 12 ਸਾਲ ਹੋ ਗਏ ਰਾਮ ਸੱਚਮੁੱਚ ਚੇਤੇ ਨਹੀਂ ਹੋਇਆ। ਕਹਿੰਦੇ ਘੱਟੋ ਘੱਟ ਭਾਂਡਾ ਤੇ ਧੋਤਾ ਗਿਆ, ਅੰਦਰ ਸਾਫ਼ ਹੋ ਗਿਆ, ਰਾਮ ਨੂੰ ਵੀ ਚੇਤੇ ਹੋ ਜਾਏਗਾ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਸ ਉਹ ਹੀ ਭੁੱਲ ਗਿਆ। ਤੇ ਜਿਹਨੂੰ ਭੁੱਲ ਗਿਆ ਫਿਰ ਉਹਨੂੰ ਸਦਾ ਖੁਆਰੀ ਹੈ। ਹਰ ਵੇਲੇ ਖੁਆਰੀ। ਬੰਦੇ ਨੂੰ ਸਭ ਕੁਝ ਚੇਤੇ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ ਕਿ ਕਦੇ ਨਹੀਂ ਚੇਤੇ ਕਰਾਉਣਾ ਪੈਂਦਾ ਕਿ ਤੈਨੂੰ ਭੁੱਖ ਲੱਗੀ ਹੈ। ਭੁੱਖ ਲੱਗੀ ਹੋਵੇ, ਘੰਟਾ ਨਹੀਂ 2 ਘੰਟਾ ਬਰਦਾਸ਼ਤ ਕਰੇਗਾ, ਫਿਰ ਰੌਲਾ ਪਾਏਗਾ ਲਿਆਓ ਕੁਝ ਨਾ ਕੁਝ। ਇਹਨੂੰ ਪੀਣਾ ਨਹੀਂ ਭੁੱਲਦਾ, ਸੌਣਾ ਨਹੀਂ ਭੁੱਲਦਾ, ਘਰ ਪਰਿਵਾਰ ਦੇ ਨਾਲ ਹੱਸਣਾ ਖੇਡਣਾ ਨਹੀਂ ਭੁੱਲਦਾ। ਬਸ ਜੇ ਭੁੱਲਿਆ ਹੈ ਇੱਕ ਮੌਤ ਦੇ ਕਰਮ। ਔਰ ਜਿਹੜੀ ਮੌਤ ਅਟਲ ਸੱਚਾਈ ਹੈ, ਆਉਣੀ ਹੈ, ਉਹਨੂੰ ਭੁੱਲ ਗਿਆ ਕਿ ਸ਼ਾਇਦ ਮਰਨਾ ਹੀ ਨਹੀਂ। ਜਿਹੜੇ ਰੱਬ ਨੇ ਸਭ ਕੁਝ ਦਿੱਤਾ ਉਹ ਦਾਤਾ ਲੈ ਕੇ ਦਾਤਾ ਨੂੰ ਤੇ ਯਾਦ ਰੱਖ ਲਿਆ, ਪਰ ਦਾਤਾਰ ਨੂੰ ਭੁੱਲ ਗਿਆ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਦੇਖ ਇੱਕ ਗੱਲ ਚੇਤੇ ਰੱਖੀ, ਜੇ ਭੁੱਲ ਗਿਆ ਹੈ ਤੇ ਫਿਰ ਖੁਆਰੀ ਕਦੇ ਖਤਮ ਨਹੀਂ ਹੋਣੀ, ਸਦਾ ਖੁਆਰੀ ਹੈ। ਹਰ ਬਿਸਰਤ ਸਦਾ ਖੁਆਰੀ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਔਰ ਸਤਿਗੁਰੂ ਜੀ ਕਹਿੰਦੇ ਨੇ ਜੇ ਮਰਨਾ ਭੁੱਲ ਗਿਆ ਨਾ, ਚੇਤੇ ਰੱਖੀ ਖਸਮ ਵਿਸਾਰ ਖੁਆਰੀ ਕੀਨੀ। ਆਪ ਹੀ ਖੁਆਰੀ ਛੇੜਦੀ। ਔਰ ਇਹ ਖੁਆਰੀ ਖਤਮ ਨਹੀਂ ਹੋਣੀ। ਤੇ ਜਿਹਨੂੰ ਜਿਹੜੀਆਂ ਦਾਤਾਂ ਨੂੰ ਲੈ ਕੇ ਜਿਹੜੇ ਧਨ ਪਦਾਰਥਾਂ ਦੇ ਵਿੱਚ ਖੁੱਭ ਕੇ, ਮੋਹ ਦੇ ਵਿੱਚ ਖੁੱਭ ਕੇ ਰੱਬ ਨੂੰ ਭੁੱਲ ਗਿਆ ਨਾ, ਸਤਿਗੁਰੂ ਜੀ ਕਹਿੰਦੇ ਨੇ ਇਵੇਂ ਦੇ ਜੀਵਨ ਨੂੰ ਲਾਹਨਤਾਂ ਨੇ, ਫਿਟਕਾਰ ਯੋਗ ਹੈ। ਤੇ ਫਿਟਕਿਆ ਹੋਇਆ ਜੀਵਨ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿੰਨਾ ਕੁ ਚਿਰ ਰਹਿਣਾ ਹੈ। ਤ੍ਰਿਗ ਜੀਵਨ ਨਹੀਂ ਰਹਿਣਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਖਸਮ ਨੂੰ, ਮਾਲਕ ਨੂੰ ਵਿਸਾਰ ਕੇ ਖੁਆਰੀ ਸਦਾ ਦੀ ਹੈ। ਹਰ ਬਿਸਰਤ ਸਦਾ ਖੁਆਰੀ। ਤੇ ਕਿਵੇਂ ਖੁਆਰੀ ਹੈ? ਬਾਬਾ ਕਬੀਰ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ, ਔਰ ਕੇਵਲ ਸਾਨੂੰ ਸਮਝਾਉਣ ਦੇ ਵਾਸਤੇ। ਬਾਬਾ ਕਬੀਰ ਜੀ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠਿਆ, ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ, ਔਰ ਆਵਾਜ਼ ਬੜੀ ਮਿੱਠੀ ਸੀ। ਉਸ ਆਵਾਜ਼ ਨੂੰ ਸੁਣਿਆ ਤੇ ਜਦੋਂ ਆਵਾਜ਼ ਦੀ ਸੇਧ ਨੂੰ ਗਿਆ ਕਿ ਇਹ ਕੌਣ ਹੈ ਜਿਹੜਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਏਡੇ ਮਿੱਠੇ ਖੁਸ਼ੀ ਦੇ ਗੀਤ ਕੋ ਗਾ ਰਿਹਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਜਦੋਂ ਗਿਆ ਤਾਂ ਅਸਲ ਵਿੱਚ ਉਹ ਕੋਈ ਗੀਤ ਨਹੀਂ ਸੀ ਗਾ ਰਿਹਾ, ਅਸਲ ਵਿੱਚ ਉਹ ਸੰਖ ਸੀ, ਜਿਹਨੂੰ ਇੱਕ ਮੰਦਰ ਦਾ ਪੁਜਾਰੀ ਮੰਦਰ ਦੇ ਦਰਵਾਜ਼ੇ ਦੇ ਵਿੱਚ ਖਲੋ ਕੇ ਮੂੰਹ ਦੇ ਨਾਲ ਵਜਾ ਰਿਹਾ ਸੀ। ਔਰ ਬਾਬਾ ਕਬੀਰ ਜੀ ਨੇ ਉੱਥੇ ਕੇਵਲ ਸੰਬੋਧਨ ਕੀਤਾ ਕਿ ਸੰਖ ਤੂੰ ਕਿੰਨਾ ਖੁਸ਼ਕਿਸਮਤ ਹੈ। ਇੱਕ ਤੇ ਜਿਹਨੂੰ ਲੋਕ ਰੱਬ ਦਾ ਘਰ ਕਹਿੰਦੇ ਨੇ, ਆਪਣੇ ਉਹਨੂੰ ਚੰਗੀ ਥਾਂ ਬਣਾ ਕੇ ਮੰਦਰ ਬਣਾਇਆ,
उस थां ते तेरा टिकाना है। और दूसरा सवेरे सवेरे उठ के खुशी के गीत गा के लोगों को सुनाना है। तो बाबा कबीर जी कहते हैं उस संख ने जिवें बोल के गया होवे। और देखो फिर बेनती करते समझाने वास्ते है, ना तो संख बोलते ने, ना संख कुछ सुनते हैं, ना जवाब देते हैं। पर बाबा कबीर जी समझाने वास्ते जे संख बोलता होंदा तो उन्हें बोल के कहना ये सी कि कबीर देख मैं कोई खुशी के गीत नहीं गा रहा, असल में सवेरे सूरज चढ़न तो पहला ते शाम को सूरज डुबन तो बाद मैं तो दोवें वेले उच्चे उच्चे ढाहा मार के रोना। तो बाबा कबीर जी कहते हाथों के भी एडे सोहनी थां ते बैठ के तेनू रोना क्यों, तेनू दुख क्यों। तो कहते संख ने भी जवाब ये दिता कि मैं अपने तुरे तो विछड़ गया। खसम विसार हर बिसरत सदा कुआरी, जब खसम विसार कुआरी कीनी। अपने तुरे दे नालों विछड़ गया तो विछड़िया होया दी हालत इसे तरह बाबा कबीर समुंदर के कंढे जाई कि मेरे बाकी संख साथी नूं आवाज़ दे के कही कि समुंदर भावें पानी की दलदल दे विच तैनूं डोब देवे, पानी दी डूंघियां लहरां दे विच लै जाए, भावें जिन्ने मर्जी दुख मिल, पर समुंदर नूं छड्ड के बाहर ना आयो। जे बाहर आ गए तो फिर मेरी तरह सदा ने कुआरी होवेगी, दिने शाम सवेरे इस तरह ढाहां मारनियां पैणगियां। बाबा कबीर जी का पावन वचन है, कबीर रह नायर बेशोरिया, रह नायर रत्ना दिखान पाव समुंदर। कबीर रह नायन बेशोरिया, रहोर संख मजूर। देवल देवल ताड़े दिसे उगवत सूर, हर बिसरत सदा कुआरे। ते रब नूं मनुख भुल कदों हो गया, ये खुआरी लगी कदों। धन गुरु नानक साहिब जी का एक पावन वचन है, पैरों के विच उन्होंने शब्द वरते कि रब कदों को मनुख नूं भुल गया कि जदों कोई 5-10 साल का होया उदों नहीं। धन गुरु नानक देव सच्चे पातशाह कहते हैं नहीं भाई, जदों माता के गर्भ विच सी ये हकीकत है, उदों रब चेते सी। बस जिदन ही गर्भ तो बाहर आया उदन ही आउंदियां नाल ही उस वेले कह लिए रब भुल गया, उस वेले भुल गया। हुण आपां कहांगे वो मासूम जिहा बच्चा जिन्हों हजे बोलना नहीं आउंदा, जिहदे हत्थ पैर उन्हां दे विच इन्नी ताकत नहीं अपने आप कुछ कर सकण, वो रब नूं भुल गया। तो धन गुरु नानक साहिब जी कहते हैं बिल्कुल ठीक इस तरह ही भुल गया है। उत्ते सतगुरु का पावन वचन है, कहते पहले पहरे रहन के वन जा रहा मित्रा, हुक्म पया गरबास। साईं दे हुक्म नाल माता के गर्भ विच वास होया। पहले पहरे रहन के वन जा रहा मित्रा, हुक्म पया गरबास। उर्द तप अंतर करे, उत्थे भावें उर्द तप पुठा है, उत्थे सिर तले पैर उपर है, वसंदों को हथड़े थाए, पर उत्थे पुठा लटकिया होया भी वो तप ही कर रहे हैं। उर्द तप अंतर करे वन जा रहा मित्रा, खसम सिद्धि अरदास। ते अरदास की करता है, खसम सिद्धि अरदास वखाड़ा है। उर्द ध्यान लिव लागा, उत्थे ध्यान लगा है, उत्थे लिव जुड़ी है। तो जे लिव जुड़ी है तो गुरु साहिब जी कहते हैं उस माता के उधर विच उस अग के सेक दे विच साई ने उस सेक भी नहीं लगन दिता, उस अग दे विच भी विचारिया। पर सतगुरु जी रब भुलिया कदों। तो धन गुरु नानक साहिब जी का अगला वो पदा है, पैरों के घर दूजा पैरा। कहते दूजे पहरे रहन के वन जा रहा मित्रा, विसर गया ते आड़। दूजा पैरा वो जदों माता के गर्भ चों बाहर आया उस वेले भुल गया जी किवें।
ਕਹਿੰਦੇ ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜੋ ਜਸਦਾ ਕਰ ਕਾਨ। ਤੇ ਬਾਲਕ ਨੂੰ ਹੱਥੋਂ ਹੱਥ ਨਚਾਈਏ ਜਿਵੇਂ ਜਸਦਾ ਜੀ ਕ੍ਰਿਸ਼ਨ ਜੀ ਨੂੰ ਨਚਾਉਂਦੇ ਸਨ। ਤੇ ਸਤਿਗੁਰੂ ਜੀ ਫਿਰ ਰੱਬ ਭੁੱਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹੱਥਾਂ ਵਿੱਚ ਚੁੱਕਣ ਕਰਕੇ ਨਹੀਂ ਭੁੱਲਦਾ, ਹੱਥੋਂ ਹੱਥ ਨਚਾਇਆ ਨਹੀਂ ਭੁੱਲਦਾ, ਪਰ ਭੁੱਲਦਾ ਕਦੋਂ ਹੈ? ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ। ਆ ਜਦੋਂ ਮੇਰੇ ਦੀ ਆਵਾਜ਼ ਪੈਂਦੀ, ਮੇਰਾ ਮੇਰਾ ਪੁੱਤ, ਮੇਰੀ ਧੀ, ਬਸ ਇਹ ਮੈਂ ਮੇਰੇ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਨਹੀਂ ਤੇ ਰੱਬ ਭੁੱਲਿਆ ਨਹੀਂ, ਉਸੇ ਵੇਲੇ ਭੁੱਲ ਗਿਆ। ਸਤਿਗੁਰੂ ਜੀ ਕਹਿੰਦੇ ਨੇ ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ। ਔਰ ਜਿਹਨੂੰ ਸਤਿਗੁਰੂ ਜੀ ਬਚਨੇ ਵੀ ਵਰਤਦੇ ਨੇ, ਵਿੱਚੋਂ ਗਰਭੈ ਨਿਕਲੇ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਬਚਨ ਵਰਤਦੇ ਨੇ, ਕਹਿੰਦੇ ਜੰਮੇ ਸਾਈਂ ਵਿਸਾਰਿਆ, ਵਿਆਹਿਆ ਮਾਂ ਪਿਓ ਵਿਸਾਰੇ। ਗਰਭ ਦੇ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਜੀ ਕਹਿੰਦੇ ਆ ਕੇ ਦੁਨੀ 'ਚ ਜਿੱਤ ਲਾ ਲਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਨੁੱਖ ਦੁਨੀਦਾਰ ਵੀ ਪੂਰੀ ਤਰ੍ਹਾਂ ਨਹੀਂ ਬਣਿਆ, ਦੁਨੀਆ ਦੇ ਵਿੱਚ ਵੀ ਜਿੱਤ ਨਹੀਂ ਲਾਉਣਾ ਆਇਆ। ਜਿਹੜੀ ਮਾਂ ਨੇ ਮੇਰਾ ਕਹਿ ਕੇ ਆਵਾਜ਼ ਮਾਰੀ ਸੀ, ਉਹਨਾਂ ਜਨਮ ਦੇਣ ਵਾਲੇ ਨੂੰ ਭੁੱਲ ਗਿਆ। ਦੁਨੀਆਦਾਰੀ ਵੀ ਜਿਹੜੀ ਢੰਗ ਨਾਲ ਨਿਭਾ ਹੀ ਨਹੀਂ ਸਕਿਆ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਤੇ ਪਾਵਨ ਬਚਨ ਕਹੇ ਨੇ, ਭਾਵੇਂ ਇਹ ਵਿਸ਼ਾ ਕੁਝ ਹੋਰ ਹੈ, ਪਰ ਰੱਬ ਨੂੰ ਭੁੱਲਿਆ ਹੋਇਆ ਦੀ ਹਾਲਤ ਹੈ। ਰੱਬ ਨੂੰ ਭੁੱਲੇ ਉਹ ਮਾਂ ਪਿਓ ਨੂੰ ਭੁੱਲ ਗਏ। ਔਰ ਗੁਰੂ ਸਾਹਿਬ ਜੀ ਤੇ ਕਹਿੰਦੇ ਨੇ ਕਿ ਗੁਰੂ ਕੇ ਸਿੱਖਾ ਸਭ ਤੋਂ ਪਹਿਲਾਂ ਤੇਰਾ ਗੁਰੂ ਹੈ ਹੀ ਤੇਰੀ ਮਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ। ਜਿਹੜਾ ਮਾਂ ਪਿਓ ਨੂੰ ਭੁੱਲ ਗਿਆ ਉਹਨੂੰ ਰੱਬ ਚੇਤੇ ਕਿੱਥੇ ਆਉਣਾ? ਤੇ ਜਿਹਨੂੰ ਰੱਬ ਚੇਤੇ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਖੁਆਰੀ ਹੈ। ਭਾਈ ਸਾਹਿਬ ਨੇ ਉੱਥੇ ਸਾਨੂੰ ਸਮਝਾਉਂਦਿਆਂ ਹੋਇਆ ਔਰ ਸੁਚੇਤ ਕਰਦਿਆਂ ਹੋਇਆ ਉਸ ਕਵਿਤ ਵਿੱਚ ਬੋਲ ਵੀ ਗਏ ਨੇ ਕਿ ਮਾਂ ਪਿਓ ਪਰਹਰ ਸੁਣੈ ਵੇਦ, ਕਥਾ ਕਹਾਣੀ ਸਾਰ ਨਾ ਜਾਣੇ। ਰੱਬ ਤੋਂ ਭੁੱਲਿਆ ਹੋਇਆ ਮਾਂ ਪਿਓ ਨੂੰ ਛੱਡ ਕੇ ਭੁਲਾ ਕੇ ਗੁਰੂ ਘਰਾਂ ਦੇ ਵਿੱਚ, ਮੰਦਿਰਾਂ ਮਸਜਿਦਾਂ ਦੇ ਵਿੱਚ ਜਾ ਕੇ ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਸੁਣਦੇ, ਉਹਦੇ ਵਾਸਤੇ ਕੇਵਲ ਉਹ ਕਹਾਣੀ ਤੇ ਹੋਏਗੀ ਕੰਨ ਰਸ ਜ਼ਰੂਰ, ਪਰ ਉਸ ਕਥਾ ਤੇ ਕਹਾਣੀ ਦੀ ਸਮਝ ਉਹਨੂੰ ਪੈਣੀ ਕੋਈ ਨਹੀਂ। ਕਿਉਂਕਿ ਸੁਣ ਕੇ ਨੂੰ ਗਿਆ, ਜਿੰਦੇ ਕਰਕੇ ਸੁਣਨਾ ਸੀ, ਜਿੰਦੇ ਨਾਲ ਜੁੜਨਾ ਸੀ, ਉਹਨੂੰ ਤੇ ਭੁਲਾ ਹੀ ਦਿੱਤਾ। ਔਰ ਭਾਈ ਸਾਹਿਬ ਜੀ ਕਹਿੰਦੇ ਨੇ ਮਾਂ ਪਿਓ ਪਰਹਰ ਸੁਣੈ ਵੇਦ, ਕਥਾ ਕਹਾਣੀ ਸਾਰ ਨਾ ਜਾਣੀ। ਮਾਂ ਪਿਓ ਪਰਹਰ ਕਰੈ ਤਪ, ਅੱਖਾਂ ਮੀਚ ਮਿਟ ਕੇ ਬੜੀ ਤਪੱਸਿਆ ਕਰਦਾ ਹੈ, ਤੀਰਥਾਂ ਤੇ ਜਾਂਦਾ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਮਾਂ ਪਿਓ ਪਰਹਰ ਕਰੈ ਤਪ, ਵੰਡ ਖੰਡ ਭੁੱਲਾ ਫਿਰੈ ਬੇਬਾਣੀ। ਉਹ ਤੇ ਮਨੁੱਖ ਉਸ ਇੱਕ ਮਿਰਗ ਵਰਗਾ ਹੈ, ਹਿਰਨ ਵਰਗਾ ਹੈ, ਜਿਹੜਾ ਮਾਰੂਥਲ ਦੇ ਵਿੱਚ ਭਟਕ ਗਿਆ, ਭੁੱਲ ਗਿਆ ਜਿਹੜਾ ਚਮਕਦੇ ਹੋਏ ਰੇਤ ਨੂੰ ਪਾਣੀ ਸਮਝ ਬੈਠ ਗਿਆ। ਬਸ ਉਹਦੇ ਤੋਂ ਵੱਧ ਉਸ ਮਨੁੱਖ ਦੀ ਹਾਲਤ ਕੁਝ ਨਹੀਂ, ਕਿਉਂਕਿ ਜਿਹੜਾ ਰੱਬ ਨੂੰ ਭੁੱਲ ਗਿਆ, ਮਾਂ ਪਿਓ ਨੂੰ ਵੀ ਭੁੱਲ ਗਿਆ, ਉਹਦਾ ਕੀਤਾ ਹੋਇਆ ਤਪ ਕਿਹੜੇ ਲਿਖੇ ਹੈ। ਔਰ ਭਾਈ ਸਾਹਿਬ ਨੂੰ ਉੱਥੇ ਪਾਵਨ ਬਚਨ ਵਰਤੇ, ਕਹਿੰਦੇ ਮਾਂ ਪਿਓ ਪਰਹਰ ਕਰੈ ਪੂਜ, ਦੇਵੀ ਦੇਵ ਨਾ ਸੇਵਕ ਮਾਣੀ। ਜਿੰਨੀਆਂ ਮਰਜ਼ੀ ਦੇਵਤੇ ਦੇਵਤਿਆਂ ਦੇ ਅੱਗੇ ਪੂਜੀ ਜਾ, ਜਿੰਨੇ ਮਰਜ਼ੀ ਮੱਥੇ ਟੇਕੀ ਜਾ, ਜੇ ਮਾਂ ਪਿਓ ਨੂੰ ਕਦੇ ਤੂੰ ਪੁੱਛਿਆ ਨਹੀਂ ਤੇ ਇਹ ਕੀਤੀ ਹੋਈ ਪੂਜਾ, ਟੇਕੇ ਹੋਏ ਮੱਥੇ ਕਿਸੇ ਕੰਮ ਨਹੀਂ। ਭਾਈ ਸਾਹਿਬ ਜੀ ਨੇ ਉੱਥੇ ਪਾਵਨ ਬਚਨ ਕਹੇ, ਕਹਿੰਦੇ ਮਾਂ ਪਿਓ ਪਰਹਰ ਨਾਵਣਾ, 68 ਤੀਰਥ ਘੁੰਮਣ ਵਾਣੀ। ਤੇ ਅਖੀਰ ਤੇ ਕਹਿੰਦੇ ਨੇ ਗੁਰ ਪਰਮੇਸ਼ਰ ਸਾਰ ਨਾ ਜਾਣੀ। ਕਹਿੰਦੇ ਗੁਰੂ ਤੇ ਪਰਮੇਸ਼ਰ ਦੀ ਸਮਝ ਪੈਣੀ ਨਹੀਂ, ਕਿਉਂਕਿ ਭੁਲੇਖਾ ਹੀ ਪੈ ਗਿਆ ਕਿ ਸ਼ਾਇਦ ਇਹ ਕਰਮ ਕਰਕੇ ਜਾਂ ਇਹ ਪੁੰਨ ਦਾਨ ਕਰਕੇ। ਔਰ ਭਾਈ ਸਾਹਿਬ ਨੇ ਉਸ ਕਵਿਤ ਵਿੱਚ ਇਸ ਤੋਂ ਪਹਿਲੀ ਪੰਕਤੀ ਲਿਖੀ, ਮਾਂ ਪਿਓ ਪਰਹਰ ਕਰੇ ਦਾਨ,
ਬੇਈਮਾਨ ਅਗਿਆਨ ਪ੍ਰਾਨੀ ਆਪਣੇ ਆਪ ਨੂੰ ਦਾਨੀ ਸਮਝੀ ਜਾ। ਜੇ ਮਾਂ ਪਿਓ ਨੂੰ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਤੇ ਉਸ ਰੱਬ ਦੇ ਜਿਹਨੂੰ ਤੁਸੀਂ ਕਿਹਾ ਕਿ ਇੱਕ ਚਾਰ ਦੀਵਾਰੀ ਬਣੀ ਹੋਈ ਰੱਬ ਦਾ ਘਰ ਹੈ, ਉੱਥੇ ਜਾ ਕੇ ਦਾਨ ਦੇ ਕੇ ਨਾਲ ਆਪਣਾ ਅਨਾਉਂਸਮੈਂਟ ਕਰਵਾਏ, ਲਿਸਟਾਂ ਦੇ ਵਿੱਚ ਲਿਖਾਏ। ਭਾਈ ਸਾਹਿਬ ਜੀ ਕਹਿੰਦੇ ਤੂੰ ਦਾਨੀ ਥੋੜੀ ਹੈ, ਬੇਈਮਾਨ ਹੈ, ਸਭ ਤੋਂ ਸਿਰੇ ਦਾ ਬੇਈਮਾਨ ਵੱਡਾ। ਔਰ ਸਤਿਗੁਰੂ ਜੀ ਅੱਜ ਕਿਰਪਾ ਕੀਤੀ, ਰੱਬ ਨੂੰ ਭੁੱਲ ਕੇ, ਪਰਮੇਸ਼ਰ ਨੂੰ ਭੁੱਲ ਕੇ ਸਦਾ ਦੀ ਖੁਆਰੀ ਹੈ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਬਿਆਪੈ, ਜਾਕੋ ਓਟ ਤੁਹਾਰੀ। ਤੇ ਨਾਲ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਰੱਬ ਜੀ, ਪਰਮੇਸ਼ਰ ਜੀ, ਸਤਿਗੁਰੂ ਜੀ ਤੁਹਾਡੀ ਓਟ ਤੱਕੀ, ਉਹਨਾਂ ਨੂੰ ਜੀਵਨ ਵਿੱਚ ਫਿਰ ਕਿਸੇ ਵੀ ਤਰ੍ਹਾਂ ਦਾ ਧੋਖਾ ਵਿਆਪਦਾ ਨਹੀਂ। ਧੋਖਾ ਕਿਵੇਂ ਜੀ? ਕਿਉਂਕਿ ਤਨ ਕਰਕੇ ਬੈਠੇ ਸੰਗਤ ਵਿੱਚ, ਤਨ ਕਰਕੇ ਜਬਾਨ ਦੇ ਨਾਲ ਪੜ੍ਹ ਰਹੇ ਸੁਖਮਣੀ ਸਾਹਿਬ, ਵਿਕਾਰ ਧੋਖਾ ਦੇਈ ਜਾ ਰਹੇ ਨੇ। ਮਨ ਜਿਹੜਾ ਵਿਕਾਰਾਂ ਦੇ ਵਿੱਚ ਭੱਜਿਆ ਫਿਰਦਾ ਹੈ, ਮਨ ਬਾਜ਼ਾਰਾਂ 'ਚ ਭੱਜਿਆ ਫਿਰਦਾ ਹੈ, ਇਹ ਧੋਖਾ ਹੀ ਦੇ ਰਿਹਾ ਹੈ ਜੀ। ਉਰੇ ਹਰ ਕਿਸੇ ਦਾ ਸਵਾਲ ਹੁੰਦਾ, ਮਨ ਟਿਕਦਾ ਨਹੀਂ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੀ ਗਰੰਟੀ ਦਿੱਤੀ ਹੈ ਜੀ ਕਿ ਕਿਸੇ ਵੀ ਤਰ੍ਹਾਂ ਦਾ ਧੋਖਾ ਵਿਆਪੇਗਾ ਨਹੀਂ ਜਿਨ੍ਹਾਂ ਨੇ ਓਟ ਲਈ ਸੱਚਮੁੱਚ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਉਹਦੇ ਓਟ ਲੈ, ਇਹ ਮਨ ਟਿਕੇਗਾ, ਨਿਰਮਲ ਹੋਵੇਗਾ। ਔਰ ਜਦੋਂ ਮਨ ਨਿਰਮਲ ਹੋ ਗਿਆ ਤੇ ਜਿਹੜੇ ਰੱਬ ਦੇ ਪਰਮੇਸ਼ਰ ਦੇ ਓਟ ਲੈ ਕੇ ਤੂੰ ਮਨ ਨੂੰ ਸਾਫ਼ ਕੀਤਾ, ਕਹਿੰਦੇ ਫਿਰ ਉਹ ਰੱਬ ਤੇਰੇ ਹਰ ਵੇਲੇ ਨਾਲ ਹੈ, ਇੱਥੋਂ ਤੱਕ ਕਿ ਤੇਰੇ ਪਿੱਛੇ ਪਿੱਛੇ ਭੱਜਿਆ ਫਿਰੇਗਾ। ਔਰ ਬਾਬਾ ਕਬੀਰ ਜੀ ਨੇ ਪਾਵਨ ਵਚਨ ਬੜੇ ਪਿਆਰ ਦੇ ਵਿੱਚ ਕਹੇ, ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਧੰਨ ਗੁਰੂ ਅਰਜਨ ਦੇਵ ਜੀ ਅੱਜ ਬਖਸ਼ਿਸ਼ ਕਰ ਦਿੰਦੇ, ਫਿਰ ਉਹਨਾਂ ਨੂੰ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਧੋਖਾ ਵਿਆਪਦਾ ਨਹੀਂ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਧੋਖਾ ਦੇ ਨਹੀਂ ਸਕਦੇ। ਇਹ ਤੇਰੇ ਸੇਵਕ ਬਣ ਜਾਣਗੇ ਜਦੋਂ ਮਨ ਨਿਰਮਲ ਹੋ ਗਿਆ, ਜਦੋਂ ਤੂੰ ਚਿੱਤ ਜੋੜਦਾ, ਜਦੋਂ ਤੂੰ ਓਟ ਗੁਰੂ ਦੀ ਲਈ। ਔਰ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ, ਜਦੋਂ ਓਟ ਕੋਈ ਤੇਰੀ ਲਵੇ, ਇਹ ਪੰਜ ਹੀ ਨੇ ਜਿਹੜੇ ਟਿਕਣ ਨਹੀਂ ਦਿੰਦੇ, ਪਰ ਤੇਰੀ ਓਟ ਲਾ ਕੇ ਇਹਨਾਂ ਪੰਜਾਂ ਨੂੰ ਫਿਰ ਉਹ ਜਿੱਤ ਲੈਂਦਾ ਹੈ। ਸਤਿਗੁਰੂ ਦਾ ਪਾਵਨ ਬਚਨ ਹੈ, ਬਸੰਤ ਕੀ ਵਾਰ ਵਿੱਚ ਹੁੰਦਾ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ। ਜਿਨ੍ਹਾਂ ਨੇ ਢੋਆ, ਜਿਨ੍ਹਾਂ ਨੇ ਟੇਕ ਲਈ, ਉਹਨਾਂ ਨੇ ਪੰਜਾਂ ਮਹਾਬਲੀਆਂ ਨੂੰ ਬੰਨਿਆ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਹੁਣ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਗਲੇ ਪਦ 'ਚ ਬਖਸ਼ਿਸ਼ ਕਰਦੇ ਨੇ। ਪਹਿਲਾ ਪਦ ਹੈ ਰਹਾਉ ਤੋਂ ਬਾਅਦ ਕਿ ਸਿਮਰਨ ਤੋਂ ਬਿਨਾਂ ਜੋ ਜੀਵਨ ਬਲਣਾ। ਬਲਣਾ ਦੇ ਅਰਥ ਵਿੱਚ ਬਹੁਤ ਨੇ। ਬਲਣਾ ਦਾ ਅਰਥ ਬਲਣਾ ਵੀ ਹੈ, ਸੜਨਾ ਵੀ ਹੈ। ਬਲਣਾ ਦਾ ਅਰਥ ਇਹ ਜੀਵਨ ਬਤੀਤ ਕਰਨਾ, ਇੱਥੇ ਸ਼ਬਦ ਇਹਦੇ ਅਰਥ ਲੈ ਗਏ। ਬਲਣਾ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਜਿਹੜਾ ਇਹ ਜੀਵਨ ਗੁਜ਼ਾਰਨਾ ਹੈ। ਬਲਣਾ ਦਾ ਅਰਥ ਗੁਜ਼ਾਰਨਾ, ਬਤੀਤ ਕਰਨਾ। ਕਹਿੰਦੇ ਇਸ ਤਰ੍ਹਾਂ ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਉਮਰ ਹੈ, ਜਿੱਡੀ ਮਰਜ਼ੀ ਲੰਬੀ ਹੋ ਜੇ ਪਰ ਅੰਦਰ ਦਾ ਜ਼ਹਿਰ ਜਾਂਦਾ ਹੀ ਨਹੀਂ। ਔਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਇਹ ਸਿਮਰਨ ਤੋਂ ਬਿਨਾਂ ਜੀਵਨ ਬਿਲਕੁਲ ਇਸ ਤਰ੍ਹਾਂ ਦਾ ਹੈ। ਔਰ ਕਿਵੇਂ ਦਾ ਹੈ? ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਪਾਵਨ ਬਚਨ ਵਰਤੇ ਨੇ ਕਿ ਨਾਮ ਵਿਸਾਰ ਕੀਏ ਰਸ ਭੋਗ। ਇੱਕ ਤੇ ਪਾਵਨ ਬਚਨ ਇਹ ਹੈ ਕਿ ਨਾਮ ਵਿਸਾਰ ਕੀਏ ਰਸ ਭੋਗ, ਤਾ ਤਨ ਊਠ ਖਡੋਏ ਰੋਗ। ਤੇ ਸੁਖਮਣੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ
ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ। ਬਿਨ ਸਿਮਰਨ ਜੋ ਜੀਵਨ ਬਲਣਾ, ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਦਿਨ ਰਾਤ ਗੁਜ਼ਾਰਨਾ ਬਿਲਕੁਲ ਵਿਅਰਥ ਜਾ ਰਿਹਾ ਹੈ। ਬਿਨ ਸਿਮਰਨ ਦਿਨ ਰਹਿਣ ਬਿਹਾਏ, ਮੇਘ ਬਿਨਾਂ ਜੋ ਖੇਤੀ ਜਾਏ। ਉਹ ਜੀਵਨ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਮੇਘ ਤੋਂ ਬਿਨਾਂ, ਪਾਣੀ ਤੋਂ ਬਿਨਾਂ ਖੇਤੀ, ਭਾਵੇਂ ਜ਼ਮੀਨ ਕਿੱਡੇ ਵੀ ਤਾਕਤਵਰ ਹੋਵੇ, ਬੀਜ ਕਿੰਨਾ ਵੀ ਕੀਮਤੀ ਪਾਇਆ ਹੋਵੇ, ਮਿਹਨਤ ਕਿੰਨੀ ਵੀ ਕੀਤੀ ਹੋਵੇ, ਪਰ ਜੇ ਮੀਂਹ ਨਾ ਪਵੇ, ਪਾਣੀ ਨਾ ਲੱਗੇ, ਨਾ ਤੇ ਬੀਜ ਕਿਸੇ ਕੰਮ ਦਾ ਰਹਿ ਜਾਂਦਾ ਹੈ, ਨਾ ਜ਼ਮੀਨ ਕਿਸੇ ਕੰਮ ਦੀ ਹੈ। ਔਰ ਸਤਿਗੁਰੂ ਕਹਿੰਦੇ ਨਾ ਹੀ ਤੇਰਾ ਸਰੀਰ ਕਿਸੇ ਕੰਮ ਦਾ ਹੈ, ਨਾ ਹੀ ਤੇਰਾ ਜੰਮਣਾ ਕਿਸੇ ਕੰਮ ਆਇਆ ਤੇ ਨਾ ਹੀ ਮਰਨਾ ਆਇਆ। ਔਰ ਸਤਿਗੁਰੂ ਜੀ ਨੇ ਕਿਰਪਾ ਵੀ ਕੀਤੀ ਹੈ। ਨਰੋਂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਨਾ ਜੰਮਣਾ ਕੰਮ ਆਇਆ, ਨਾ ਮਰਨਾ ਕੰਮ ਆਇਆ, ਨਾ ਇੱਥੇ ਸੰਸਾਰ ਦੇ ਵਿੱਚ ਰਹਿ ਕੇ 100 ਸਾਲ ਜਿਹੜੇ ਗੁਜ਼ਾਰ ਗਏ ਉਹ ਕਿਸੇ ਕੰਮ ਆਇਆ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾਂ ਜੋ ਖੇਤੇ ਜਾਏ। ਉਹ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਇੱਥੋਂ ਤੱਕ ਵਰਤੇ, ਕਹਿੰਦੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਰੱਬ ਤੋਂ ਬਿਨਾਂ, ਰੱਬ ਨੂੰ ਭੁਲਾ ਕੇ ਕੀਤੇ ਹੋਏ ਸਾਰੇ ਕੰਮ ਵਿਅਰਥ ਨੇ, ਬਿਲਕੁਲ ਉਸ ਤਰ੍ਹਾਂ। ਕਿਰਪਨ ਕਹਿੰਦੇ ਨੇ ਕੰਜੂਸ। ਕੰਜੂਸ ਭਾਵੇਂ ਰੁਪਈਏ ਅਰਬਾਂ ਜੋੜਦੇ, ਖਰਬਾਂ ਜੋੜਦੇ, ਔਰ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਇੰਨੇ ਕੁ ਜੋੜਦੇ, ਪਰ ਜਿਹੜਾ ਕੰਜੂਸ ਬੰਦਾ ਹੈ ਉਹ ਤੁਸੀਂ ਦੇਖੇ ਨੇ ਬਹੁਤ ਸਾਰੇ ਕਿ ਉਹਨਾਂ ਨੇ ਨਾ ਚੱਜ ਦਾ ਖਾਣਾ, ਨਾ ਪੀਣਾ, ਨਾ ਪਾਉਣਾ, ਕੇਵਲ ਹੀ ਜੋੜਦਾ ਹੈ। ਔਰ ਜੋੜੇ ਹੋਏ ਹੋ ਸਕਦਾ ਕਿ ਅਗਲਿਆਂ ਦੇ ਕੰਮ ਤੇ ਬਥੇਰੇ ਆ ਜਾਣ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਕਿਹੜੇ ਕੰਮ ਆਏ, ਕੰਜੂਸੀਆਂ ਕਰਕੇ ਮਰ ਗਿਆ। ਰੱਬ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵਨ ਬਿਲਕੁਲ ਉਸ ਕੰਜੂਸ ਦੀ ਤਰ੍ਹਾਂ ਦਾ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਇੱਥੋਂ ਤੱਕ ਵੀ ਕੀਤੀ ਕਿ ਨਾਮ ਨੂੰ ਭੁੱਲ ਕੇ ਜਿਹੜਾ ਖਾਣਾ ਹੈ, ਨਾਮ ਨੂੰ ਭੁੱਲ ਕੇ ਜਿਹੜਾ ਪੀਣਾ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਕੁੱਤਾ ਝੂਠ ਦੇ ਵਿੱਚ ਮੂੰਹ ਮਾਰਦਾ ਹੈ। ਆਪਣੇ ਆਪ ਨੂੰ ਤਨਾੜ ਕੇ ਜਾਂ ਕਿ 36 ਤਰ੍ਹਾਂ ਦੇ ਭੋਜਨ ਨੇ, ਪਰ ਜੇ ਰੱਬ ਚੇਤੇ ਨਹੀਂ। ਸਤਿਗੁਰੂ ਕਹਿੰਦੇ ਨੇ, ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੁਕਰ ਝੂਠਣ ਮੋਹ ਪਾਏ। ਬਸ ਕੁੱਤੇ ਦੀ ਤਰ੍ਹਾਂ ਝੂਠ ਵਿੱਚ ਮੂੰਹ ਮਾਰਨੀ ਹੈ। ਪਰ ਜਿਨ੍ਹਾਂ ਨੂੰ ਚੇਤੇ ਹੈ ਉਹਨਾਂ ਨੂੰ ਭਾਵੇਂ 36 ਤਰ੍ਹਾਂ ਦੇ ਮਿਲਣ, ਤੇ ਭਾਵੇਂ ਉਹਨਾਂ ਨੂੰ ਸੁੱਕਾ ਫੁਲਕਾ ਲੂਣ ਦੇ ਨਾਲ ਮਿਲੇ, ਉਹ ਸ਼ਕਰ ਲੱਗੇ ਜ਼ਰੂਰ। ਕਹਿੰਦੇ ਨੇ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਉਹ ਸ਼ੁਕਰ ਵਿੱਚ ਜ਼ਰੂਰ ਜੁੜਦੇ ਨੇ ਕਿ ਰੁੱਖੋ ਭੋਜਨ ਭੂਮ ਸੈਨ, ਕੇ ਸਤਿਗੁਰੂ ਜੀ ਰੁੱਖਾ ਭੋਜਨ ਹੀ ਮਿਲ ਜੇ, ਜੇ ਪੜ੍ਹ ਸੋਹਣੇ ਨਹੀਂ ਧਰਤੀ ਤੇ ਸੋਣਾ ਮਿਲ ਜੇ ਤਾਂ ਵੀ ਤੇਰਾ ਸ਼ੁਕਰ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ, ਨਾਮ ਨੂੰ ਭੁਲਾ ਕੇ ਜੀਵਨ ਉਸ ਸੱਪ ਦੀ ਤਰ੍ਹਾਂ ਹੈ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਨਵ ਖੰਡਨ, ਨੌ ਖੰਡ ਧਰਤੀ, ਇਹ ਕਹਿੰਦੇ ਕਿ ਜਿੰਨੇ ਧਰਤੀ ਮਨੁੱਖ ਦੀ ਨਜ਼ਰ ਚ ਆਈ, ਸਾਰੇ ਦੀ ਸਾਰੀ ਧਰਤੀ ਤੇ ਕੋਈ ਰਾਜ ਵੀ ਕਰ ਲਵੇ, ਪਰ ਅੰਤ ਚਲੇ ਗੋਹਾਰੀ, ਅੰਤ ਨੂੰ ਹਾਰ ਕੇ ਚਲਾ ਜਾਏਗਾ। ਔਰ ਸਤਿਗੁਰੂ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਪਾਵਨ ਬਚਨ ਵਰਤੇ ਨੇ, ਆਪਾਂ ਰੋਜ਼ ਪੜ੍ਹਦੇ ਹਾਂ ਕਿ ਹਰ ਕੋਈ ਮਨੁੱਖ ਚਾਹੁੰਦਾ ਇਹ ਹੈ, ਰੱਬ ਨੂੰ ਭੁੱਲਣ ਦਾ ਕਾਰਨ ਇਹ ਹੈ ਕਿ ਮੈਂ ਮਰਾਂ ਨਾ, ਤੇ ਜੇ ਮਰਾਂ ਤੇ ਘੱਟੋ ਘੱਟ 100 ਸਾਲ ਤੇ ਇਸ ਸੰਸਾਰ ਤੇ ਰਹਿ ਕੇ ਉਸ ਤੋਂ ਬਾਅਦ ਹੀ ਮਰਾਂ। ਹਰ ਕੋਈ ਚਾਹੁੰਦਾ ਹੈ, ਉਹ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਕਿ ਮੇਰੇ ਕੋਲ ਹੋਰ ਆਵੇ, ਹੋਰ ਆਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ 100 ਸਾਲ ਦੇ ਕੀ, ਤੂੰ 40 ਯੁੱਗ ਉਮਰ ਤੇਰੀ ਹੋ ਜਾਏਗਾ, ਸਾਰੀ ਧਰਤੀ ਤੇ ਰਾਜ ਕਰ ਲੈ। ਜੇ ਰੱਬ ਤੈਨੂੰ ਚੇਤੇ ਨਹੀਂ, ਤੂੰ ਰੱਬ ਦੀ ਨਜ਼ਰ ਵਿੱਚ ਨਹੀਂ ਆਇਆ, ਤੇ ਪਰਮੇਸ਼ਰ ਦੀ ਨਜ਼ਰ ਵਿੱਚ ਤੂੰ ਉਸ ਇੱਕ
ਗੰਦੇ ਜੇ ਕੀੜੇ ਤੋਂ ਵੱਧ ਕੁਝ ਨਹੀਂ, ਗੰਦਗੀ ਦੇ ਕੀੜੇ ਤੋਂ ਵੱਧ ਕੁਝ ਨਹੀਂ। ਸਤਿਗੁਰੂ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੇ ਹੋਏ, ਨਵਾਂ ਖੰਡਾਂ ਵਿੱਚ ਜਾਣੀਏ। ਬੰਦਾ ਚਾਹੁੰਦਾ ਕਿ ਮੇਰਾ ਨਾਂ ਸਾਰੇ ਜਾਣਨ, ਸਭ ਨੂੰ ਪਤਾ ਹੋਵੇ ਕਿ ਏਡਾ ਵੱਡਾ ਰਾਜਾ, ਏਡਾ ਵੱਡਾ ਮੰਤਰੀ, ਕਹਿੰਦੇ ਚਾਰੇ ਪਾਸੇ ਤੇਰਾ ਨਾਮ ਵੀ ਜਾਣਿਆ ਜਾਂਦਾ ਹੋਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੇ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ। ਪਰ ਕਹਿੰਦੇ ਜੇ ਥੋੜਾ ਜਿਹਾ ਵਿਸ਼ਰਾਮ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੇ ਕਿ ਤੇਰੀ ਬਾਤ ਕਿਸੇ ਨੇ ਪੁੱਛਣੀ। ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਨੌਖੰਡ ਧਰਤੀ ਦਾ ਰਾਜ ਵੀ ਕਮਾ ਲਵੇ, ਪਰ ਅੰਤ ਨੂੰ ਜੀਵਨ ਦੀ ਬਾਜੀ ਹਾਰ ਕੇ ਜਾਏਗਾ ਜੇ ਰੱਬ ਭੁੱਲਿਆ ਹੈ। ਅਖੀਰ ਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਗਾ ਕੌਣ ਸਕਦਾ ਹੈ। ਕਹਿੰਦੇ ਗੁਣ ਨਿਧਾਨ ਗੁਣ ਤਿਨਹਿ ਗਾਏ, ਜਾਕੋ ਕਿਰਪਾ ਧਾਰੀ। हे ਸਤਿਗੁਰੂ ਜੀ, ਉਸ ਗੁਣੀ ਨਿਧਾਨ ਪਰਮਾਤਮਾ ਦੇ ਗੁਣਾਂ ਨੂੰ ਉਹ ਹੀ ਗਾ ਸਕਦਾ ਹੈ ਜਿੰਦੇ ਤੇ ਤੁਹਾਡੀ ਕਿਰਪਾ ਹੋਵੇ, ਜਿੰਦੇ ਤੋਂ ਤੁਸੀਂ ਗੁਣ ਗਵਾ ਲਵੋ। ਔਰ ਜਿੰਨੇ ਗੁਣਾਂ ਨੂੰ ਗਾਇਆ, ਸਤਿਗੁਰੂ ਕਹਿੰਦੇ ਨੇ ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਅਸਲ ਵਿੱਚ ਉਹ ਸੁਖੀ ਹੈ ਤੇ ਸਦੀਵੀ ਸੁੱਖ ਉਹਨੂੰ ਮਿਲਿਆ ਹੈ ਜਿੰਨੇ ਗੁਣ ਗਾਏ ਨੇ। ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਘਰ ਵਿੱਚ ਆ ਕੇ ਅਖੀਰ ਤੇ ਫਿਰ ਕਹਿੰਦੇ ਨੇ ਜਿਨ੍ਹਾਂ ਨੇ ਗੁਣਾਂ ਨੂੰ ਗਾਇਆ ਹੈ, ਨਾਨਕ ਤਿਸ ਬਲਿਹਾਰੀ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਸਦਕੇ ਜਾਵਾਂ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ, ਸ਼ਬਦ ਹੋ ਤਾ ਗਾਵੋ ਹਰਿ ਕੇਰਾ ਮਨ ਜਿਨੇ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ। ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ। ਸਦਾ ਸਿਫਤ ਸਲਾਹਾ ਤੇਰੀ ਨਾਮ ਮਨ, ਨਾਮ ਭਜਨ ਕੈ ਮਨ ਵਸਿਆ ਵਾਜੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ, ਸਾਚਾ ਨਾਮ ਮੇਰਾ। ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ
ਕਰ ਸਾਤ ਸੁਖ ਬਣ ਆਏ ਵਸਿਆ ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਕਹਿ ਨਾਨਕ ਤਨ ਸੁਖ ਹੋਆ ਤਿਤ ਘਰ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰੂ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰੂ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਦੇਵ ਪਿੰਡ ਧਮ ਤੇਰਾ ਤੁਮ ਮਾਤ ਪਿਤਾ ਹਮ ਮਰਤ ਪੀਰ ਤੁਮਰੇ ਕਿਰਪਾ ਮੈਂ